इन्होंने मेरी ज़िंदगी बर्बाद करती है जी। मेरा 20-25 लाख रुपया मेरा बर्बाद करता। मैं इस तरह ब्याजी फड़ फुड़ के ਉੱਥੋਂ ਲੈ ਕੇ ਇੱਥੋਂ ਕਰਕੇ ਜ਼ਮੀਨ ਮੇਰੀ ਘੱਟ ਆ ਜੀ। ਮੈਂ ਸੋਚਿਆ ਵੀ ਚਲੋ ਜ਼ਿੰਦਗੀ ਬਣ ਜੂਗੀ ਵੀ ਇਹ ਜ਼ਿੰਮੇਵਾਰ ਹੋਣਗੇ, ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ, ਕੋਈ ਲੜਕੀ ਪਰਿਵਾਰ ਜ਼ਿੰਮੇਵਾਰ ਹੋਏਗਾ ਮੇਰੇ ਪੈਸਿਆਂ ਦਾ। ਮੇਰੇ ਮਾਂ ਪਿਓ ਨੂੰ ਹੋ ਜਾਂਦਾ ਕੁਝ, ਚਾਹੇ ਮੈਨੂੰ, ਮੈਂ ਆਪਣੇ ਆਪ ਨੂੰ ਕੁਛ ਨਾ ਕੁਝ ਇਹਦਾ ਕਰਕੇ ਟੈਨਸ਼ਨ 'ਚ ਰਹੀਦਾ ਨੇ। ਮੈਂ ਆਪਣੇ ਆਪ ਨੂੰ ਬਹੁਤ ਕੁਝ ਕਰ ਸਕਦਾ। ਆਈਲੈਟਸ ਵਾਲੀਆਂ ਕੁੜੀਆਂ ਵੱਲੋਂ ਵਿਦੇਸ਼ ਜਾ ਕੇ ਪੰਜਾਬ ਦੇ ਮੁੰਡਿਆਂ ਨਾਲ ਠੱਗੀ ਮਾਰਨ ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਨੇ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਤਰਨਤਾਰਨ ਦੇ ਪਿੰਡ ਲਖਨਾ ਤੋਂ, ਜਿੱਥੋਂ ਦੇ ਅੰਗਰੇਜ਼ ਸਿੰਘ ਦਾ ਵਿਆਹ ਮੋਗੇ ਦੀ ਗਗਨਦੀਪ ਕੌਰ ਨਾਲ 2018 ਵਿੱਚ ਹੋਇਆ ਸੀ। ਪਰ ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਲੜਕੇ ਕੋਲੋਂ ਲੜਕੀ ਨੂੰ ਬਾਹਰ ਭੇਜਣ ਲਈ ਪੈਸੇ ਲਏ ਗਏ ਤੇ ਲੜਕੇ ਨੂੰ ਬਿਨਾਂ ਦੱਸੇ ਲੜਕੀ ਨੂੰ ਆਸਟ੍ਰੇਲੀਆ ਭੇਜ ਦਿੱਤਾ ਗਿਆ। ਲੜਕੇ ਦਾ ਕਹਿਣਾ ਹੈ ਕਿ 3 ਸਾਲ ਹੋ ਗਏ ਨੇ ਉਸ ਦੀ ਕੋਈ ਗੱਲਬਾਤ ਨਹੀਂ ਹੋਈ ਹੈ, ਇਸ ਲਈ ਉਸ ਨੂੰ ਇਨਸਾਫ ਦਿਵਾਇਆ ਜਾਵੇ ਤੇ ਲੜਕੀ ਉੱਤੇ ਲੱਗੇ ਉਸ ਦੇ 22 ਲੱਖ ਵੀ ਵਾਪਸ ਕਰਵਾਏ ਜਾਣ। ਤੁਹਾਡਾ ਤੇ ਕੀ ਪਿੰਡ, ਕਿਹੜਾ ਪਿੰਡ ਹੈ ਜੀ? ਅੰਗਰੇਜ਼ ਸਿੰਘ ਮੇਰਾ ਨਾਂ ਜੀ, ਪਿੰਡ ਲਖਣਾ ਜੀ। ਪਿਤਾ ਦਾ ਨਾਮ ਸਰਜੀਤ ਸਿੰਘ ਜੀ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ ਜੀ। ਕੀ ਮਸਲਾ ਹੈ? ਮਸਲਾ ਇਹ ਹੈ ਜੀ, ਮੈਂ ਆਈਲੈਟਸ ਵਾਲੀ ਮੈਨੂੰ ਸਾਗ ਆਇਆ ਦਾ ਆਈਲੈਟਸ ਵਾਲਾ, ਤੇ ਮੈਂ ਗੱਲ ਕੀਤੀ ਤੇ ਉਹਨਾਂ ਨੇ ਪੈਸਿਆਂ ਦੀ ਮੰਗ ਕੀਤੀ ਤੇ ਚਲੋ ਸਾਡੀ ਵੇਖ ਵਿਖਾਈ ਹੋ ਗਈ। ਵੇਖ ਵਿਖਾਈ ਜਦੋਂ ਹੋਈ ਆ ਉੱਥੇ ਹੀ ਪੈਸੇ ਰੱਖੇ ਗਏ, ਸਾਨੂੰ ਠਾਕਾ ਲੱਗ ਗਿਆ ਜੀ। ਤੇ ਉਹਨਾਂ ਨੇ ਉੱਥੇ ਪੈਸਿਆਂ ਦੀ ਗੱਲ ਕਰ ਲਈ ਵੀ ਸਾਡੇ 3.5 ਲੱਖ ਰੁਪਈਆ ਸਾਨੂੰ ਦੇਣਾ ਪੈਣਾ ਵਾ। ਠਾਕਾ ਲੱਗਣ ਤੋਂ ਅਗਲੇ ਦਿਨ ਹੀ ਉਹਨਾਂ ਨੇ ਫੋਨ ਕਰਤਾ ਵਾ ਜੀ ਸਾਨੂੰ 3.5 ਲੱਖ ਰੁਪਈਆ ਪਾ ਦਿਓ। ਅਸੀਂ 3.5 ਲੱਖ ਰੁਪਏ ਦੀ ਆ ਵੇਖੋ ਜੀ ਰਸੀਦ ਸਾਡੇ ਕੋਲ ਹੈਗੀ। ਅਸੀਂ 3.5 ਲੱਖ ਰੁਪਈਆ ਉਹਨਾਂ ਨੂੰ ਪਾ ਦਿੱਤਾ ਜੀ। ਠੀਕ ਹੈ ਜੀ। ਮੁੜ ਕੇ ਉਹਨਾਂ ਨੇ ਵਿਆਹ ਦੀ ਤਰੀਕ ਫਿਕਸ ਕਰ ਲਈ ਹੈ। ਵਿਆਹ ਤਰੀਕ ਸਾਡੀ ਹੈ ਜੀ 11 ਮਾਰਚ 2018 ਜੀ। 11 ਮਾਰਚ 2018 ਨੂੰ ਸਾਡਾ ਵਿਆਹ ਹੋਇਆ ਜੀ। ਉਹਨਾਂ ਫਿਰ 1 ਮਹੀਨੇ ਬਾਅਦ ਫਿਰ ਪੈਸਿਆਂ ਦੀ ਮੰਗ ਕੀਤੀ ਹੈ ਜੀ 8.5 ਲੱਖ ਰੁਪਈਆ ਸਾਨੂੰ ਹੋਰ ਪਾ ਦਿਓ। ਆਹ ਸਾਡੇ ਕੋਲ ਉਹ ਵੀ ਰਸੀਦ ਹੈਗੀ ਆ। 8.5 ਲੱਖ ਰੁਪਈਆ ਅਸੀਂ ਉਹਨਾਂ ਨੂੰ ਹੋਰ ਪਾ ਦਿੱਤਾ। 8.5 ਲੱਖ ਰੁਪਈਆ ਪਾ ਦਿੱਤਾ ਜੀ। ਫਿਰ ਉਹਨਾਂ ਨੇ ਆਹ ਫੈਲ ਲੱਗ ਗਈ ਆ। ਜਾਂਦੇ ਆਉਂਦੇ ਦਾ ਇਤਨਾ ਕਰਦਿਆਂ ਉਹਨਾਂ ਨੇ ਫਿਰ ਸਾਨੂੰ ਆਖਿਆ ਵੀ ਸਾਡੀ ਹੁਣ ਰਿਫਿਊਜ਼ਲ ਆ ਗਈ ਆ। ਮਹੀਨੇ ਡੇਢ ਮਹੀਨੇ ਪਿੱਛੋਂ ਉਹਨਾਂ ਨੇ ਆਖਤਾ ਵੀ ਰਿਫਿਊਜ਼ਲ ਆ ਗਈ ਆ। ਜਦੋਂ ਅਸੀਂ ਸਾਨੂੰ ਪਹਿਲਾਂ ਤਾਂ ਉਹਨਾਂ ਨੇ ਦੱਸਿਆ ਹੀ ਕੁਝ ਨਹੀਂ ਆ ਵੀ ਰਿਫਿਊਜ਼ਲ। ਬਾਅਦ 'ਚ ਅਸੀਂ ਪੁੱਛਿਆ ਵੀ ਕੀ ਹੁਣ ਬਣਿਆ ਕੀ ਫਾਈਲ ਦਾ। ਜਦੋਂ ਇੰਨੀ ਗੱਲ ਉਹਨਾਂ ਨੇ ਕਹੀ ਆ ਉਦੋਂ ਸਾਨੂੰ ਬਾਅਦ 'ਚ ਦੱਸਿਆ ਵੀ ਹਾਂ ਹੁਣ ਰਿਫਿਊਜ਼ਲ ਆ ਗਈ ਆ, ਆਈਲੈਟਸ ਦੁਬਾਰਾ ਕਰਨੀ ਪੈਣੀ ਆ। ਅਤੇ ਅਸੀਂ ਆਈਲੈਟਸ ਦੁਬਾਰਾ ਕਰਾਈ ਅੰਮ੍ਰਿਤਸਰ ਅਗਜੋਰਾ ਸੈਂਟਰ ਦੇ ਵਿੱਚ। ਮੈਂ ਆਈਲੈਟਸ ਦਾ ਭਰ ਕੇ ਆਇਆ ਜੀ। ਉੱਥੇ ਸੁਰ ਸਿੰਘ ਤੋਂ ਮੈਂ ਚੜ੍ਹਾ ਕੇ ਆਉਂਦਾ ਰਿਹਾ, 11 ਕਿਲੋਮੀਟਰ ਇੱਥੋਂ ਪੈਂਦਾ ਵਾ। ਉਹ ਲੱਖ ਰੁਪਈਆ ਮੇਰਾ ਵੱਖਰਾ ਲੱਗਾ ਜੀ। ਠੀਕ ਹੈ ਜੀ। ਉਹਦੇ ਤੋਂ ਬਾਅਦ ਫਿਰ ਅਸੀਂ 6 ਬੈਂਡ ਆ ਗਏ ਉਹਨੂੰ, ਅਤੇ ਦੁਬਾਰਾ ਅਸੀਂ ਫਿਰ ਫਾਈਲ ਲਾਉਣ ਗਏ ਹਾਂ ਅਤੇ ਫਾਈਲ ਲੱਗੀ ਨਹੀਂ ਆ। ਉਹਨਾਂ ਨੇ ਆਖਿਆ ਵੀ ਇਹ ਨੰਬਰ ਅਜੇ ਵੀ ਘੱਟ ਆ। ਜਦੋਂ ਇਹ ਨੰਬਰਾਂ ਤੋਂ ਘੱਟ ਪਤਾ ਲੱਗਾ ਅਤੇ ਉਹਨਾਂ ਦੇ ਪਿਓ ਨੇ ਫੋਨ ਕੀਤਾ ਜੀ ਅਸੀਂ ਗਗਨਦੀਪ ਦੀ ਡਿਗਰੀ ਲੈਣ ਜਾਣਾ ਚੰਡੀਗੜ੍ਹ ਵਾਸਤੇ। ਅਤੇ ਸਾਨੂੰ ਨਹੀਂ ਪਤਾ ਜੀ ਇਹ 26 ਤਰੀਕ ਨੂੰ 25 ਤਰੀਕ ਨੂੰ ਫੋਨ ਆਇਆ 10ਵੇਂ ਮਹੀਨੇ ਦੀ ਨੂੰ, ਅਤੇ 26 ਤਰੀਕ ਤੜਕੇ ਉਹ ਸਾਡੇ ਸੁੱਤਿਆਂ ਤੋਂ ਹੀ ਇਹਦਾ ਪਿਤਾ ਆ ਗਿਆ ਲੈਣ ਉਹਨੂੰ। ਉਦੋਂ ਬਾਅਦ ਲੈ ਗਿਆ। ਅਸੀਂ ਫੋਨ ਕੀਤੇ ਆ, ਉਹਨਾਂ ਦੇ ਫੋਨ ਬੰਦ। ਸਾਨੂੰ ਅਸੀਂ ਫੋਨ ਲਾਉਂਦੇ ਰਹੇ ਆ, ਕੋਈ ਗੱਲਬਾਤ ਨਹੀਂ ਸਾਡੀ, ਉਹਨਾਂ ਨੇ ਕੋਈ ਫੋਨ 'ਤੇ ਕੋਈ ਗੱਲ ਨਹੀਂ ਕੀਤੀ। ਜਦੋਂ ਅਸੀਂ ਦੁਬਾਰਾ ਗਏ ਆ ਵਿਚੋਲਿਆਂ ਨੂੰ ਘੱਲਿਆ, ਨਾਲ ਖੜਿਆ ਵਾ, ਅਤੇ ਉਹਨਾਂ ਨੇ ਕੋਈ ਸਾਡੀ ਗੱਲ ਨਹੀਂ ਸੁਣੀ। ਇਹੋ ਕਹਿ ਦਿੱਤਾ ਵੀ ਬਸ ਜੀ 1-2 ਦਿਨਾਂ 'ਤੇ ਕੰਮ ਹੋ ਜਾਣਾ ਅਤੇ ਫਿਰ ਅਸੀਂ ਗਗਨਦੀਪ ਨੂੰ ਘੱਲ ਦਿਆਂਗੇ। ਅਸੀਂ ਫੋਨਾਂ ਦੀ ਜ਼ਿਕਰ ਕੀਤਾ ਵੀ ਫੋਨ ਕਿਉਂ ਨਹੀਂ ਕਰਦੇ। ਉਹਨਾਂ ਨੇ ਕਿਹਾ ਵੀ ਫੋਨ ਕੋਈ ਨਹੀਂ ਕਰ ਲਾਂਗੇ, ਤਾਂ ਸਿਮ ਗਵਾਚ ਗਈ, ਉਹ ਹੋ ਗਿਆ, ਜੇ ਹੋ ਗਿਆ, ਫਲਾਣ ਹੋ ਗਿਆ, ਗੱਲਾਂ ਬਾਤਾਂ ਜਿਹੀਆਂ ਕੀਤੀਆਂ ਜੀ। ਚਲੋ ਜੀ ਫਿਰ ਨਿਬੜਿਆ ਹੋਇਆ। ਅਸੀਂ ਫਿਰ ਫੋਨ ਲਾਉਂਦੇ ਰਹੇ, ਫੋਨ ਨਹੀਂ ਕੀਤਾ। ਵਿਚੋਲਿਆਂ ਨੇ ਫੋਨ ਲਾਇਆ, ਵਿਚੋਲਿਆਂ ਦਾ ਵੀ ਨਹੀਂ ਚੁੱਕਿਆ। ਫਿਰ ਸਾਨੂੰ ਜਦੋਂ ਫਿਰ ਅਸੀਂ ਪੰਚਾਇਤ ਲੈ ਕੇ ਗਏ, ਕੋਈ ਨਿਆਂ ਨਹੀਂ ਸਾਨੂੰ ਦਿੱਤਾ ਜੀ। ਅਤੇ ਫਿਰ ਅਸੀਂ 25 ਤਰੀਕ 3 ਮਹੀਨੇ ਦੀ ਨੂੰ ਫਿਰ ਅਸੀਂ ਉਹਨਾਂ ਦੇ ਦਰਖਾਸਤ ਦੇ ਦਿੱਤੀ। ਦਰਖਾਸਤ 'ਚ ਕੋਈ ਵੀ ਸਾਡਾ ਹੱਲ ਨਹੀਂ ਗਾ ਹੋਇਆ। ਕਿੰਨਾ ਚਿਰ ਕੁੜੀ ਰਹੀ ਇੱਥੇ ਵਿਆਹ ਤੋਂ ਬਾਅਦ? ਮੇਰੇ ਕੋਲ 6 ਮਹੀਨੇ ਰਹੀ ਹੈ ਜੀ ਵਿਆਹ ਤੋਂ। ਇਹ ਦਰਖਾਸਤ ਕਿਹਨਾਂ ਨੂੰ ਦਿੱਤੀ? ਦਰਖਾਸਤ ਅਸੀਂ ਆਪਣੇ SSP ਦਫ਼ਤਰ ਤਰਨਤਾਰਨ ਦਿੱਤੀ ਜੀ। ਤਾਂ ਕਿੰਨਾ ਚਿਰ ਹੋ ਗਿਆ ਦਰਖਾਸਤ ਦਿੱਤੀ ਨੂੰ? ਦਰਖਾਸਤ ਦਿੱਤੀ ਨੂੰ ਹੁਣ ਤਾਂ ਜੀ 3 ਸਾਲ ਹੋ ਗਏ ਆ ਤੇ ਉਹਦੀ ਕੋਈ ਸੁਣਵਾਈ ਨਹੀਂ ਹੋਈ? ਉਹਦੀ ਕੋਈ ਸੁਣਵਾਈ ਨਹੀਂ ਹੋਈ ਜੀ। ਅਤੇ ਤੁਹਾਡੇ ਤੋਂ ਹੁਣ ਤੱਕ ਕਿੰਨੇ ਪੈਸੇ ਜਿਹੜੇ ਆ ਤੁਹਾਡੇ ਲੱਗ ਚੁੱਕੇ ਨੇ? ਸਾਡੇ ਜੀ ਸਾਰਾ ਵਿਆਹ ਦਾ ਖਰਚਾ ਪਾ ਕੇ ਸਾਰਾ ਸਾਡਾ 20-21 ਲੱਖ ਰੁਪਈਆ ਖਰਚਾ ਆ ਗਿਆ ਜੀ ਸਾਡਾ। ਅਤੇ ਲੜਕੀ ਦਾ ਪਿਤਾ ਕੀ ਕਰਦੇ ਨੇ ਅਤੇ ਕੀ ਉਹ ਕਿੱਥੋਂ ਦੇ ਰਹਿਣ ਵਾਲੇ ਨਾਲ? ਉਹ ਲੜਕੀ ਦੇ ਪਿਤਾ ਜੀ ਕੋੜੀ ਸੇਖਾਂ ਵੀ, ਉਹਨਾਂ ਦਾ ਪਿੰਡ ਮੰਦਰ ਹੈ, ਜ਼ਿਲ੍ਹਾ ਮੋਗਾ ਜੀ।
ਤੇ ਕੀ ਤੇ ਕੰਮ ਗਗਨਦੀਪ ਦਾ ਨਾਮ ਆ ਗਗਨਦੀਪ ਕੌਰ ਆ, ਉਹਨਾਂ ਦੇ ਪਿਤਾ ਦਾ ਨਾਮ ਲਖਵਿੰਦਰ ਸਿੰਘ ਆ। ਨਹੀਂ ਉਹਨਾਂ ਦੇ ਪਿਤਾ ਦੇ ਨਾਲ ਗੱਲ ਨਹੀਂ ਹੋਈ ਤੁਹਾਡੀ? ਉਹਨਾਂ ਦੇ ਪਿਤਾ ਨਾਲ ਬੜੀ ਇਹਦੀ ਗੱਲ ਹੋਈ, ਉਹ ਗਾੜੀ ਨੂੰ ਕੋਈ ਨਿਆਂ ਨਹੀਂ ਦਿੰਦੇ। ਉਹ ਗਾੜੀ ਨੂੰ ਇਹ ਧਮਕੀਆਂ ਦਿੰਦੇ ਆ ਕਿ ਮੈਂ ਵੀਡੀਓ ਦੀ ਗੱਡੀ ਚਲਾਉਂਦਾ ਵਾਂ ਤੇ ਮੈਨੂੰ ਕੀ ਕਰ ਲੂ ਕੋਈ, ਮੇਰੀ ਫਲਾਣੇ ਨਾਲ ਬਹਿਣੀ ਉੱਠਣੀ ਹੈ, ਮੇਰੀ ਢਿੰਕਣੇ ਨਾਲ ਵਾ। ਉਹ ਜਦੋਂ ਸਾਡੇ ਕੇਸ ਤੇ ਤਰੀਕ ਤੇ ਵੀ ਆਉਂਦਾ ਰਿਹਾ, ਇੱਥੇ ਥਾਣੇ ਵੀ ਆਉਂਦਾ ਰਿਹਾ, 2-3 ਗੱਡੀਆਂ ਭਰ ਕੇ ਮੁੰਡਿਆਂ ਦੀਆਂ ਆਉਂਦੀਆਂ ਰਹੀਆਂ, ਉਹਦੇ ਨਾਲ ਹਥਿਆਰ ਲੈ ਕੇ ਆਉਂਦੇ ਰਹੇ ਆ ਵੀ ਸਾਡਾ ਕੋਈ ਫੈਸਲਾ ਨਾ ਨਿਬੜਿਆ ਜਾਂ ਹੋਇਆ ਨਾ। ਅਸੀਂ ਕੋਈ ਨਿਆਂ ਨਹੀਂ, ਉਹਨਾਂ ਨੇ ਸਾਨੂੰ ਕੋਈ ਨਹੀਂ ਦਿੱਤਾ। ਤੇ ਕੀ ਤੁਸੀਂ ਜਿਹੜੇ ਆ ਲੜਕੀ ਬਾਹਰ ਚਲੀ ਗਈ ਹੈ ਜਾਂ ਕੀ? ਉਹ ਹੁਣ ਜੀ ਉਹਨਾਂ ਨੇ ਮੁੜ ਕੇ ਲੜਕੀ ਨੂੰ ਸਾਡੀ ਤਰੀਕ ਦਰਖਾਸਤ ਦੇਣ ਤੋਂ ਬਾਅਦ ਨਾ 3 ਮਹੀਨੇ ਉਹਨਾਂ ਨੇ ਲੜਕੀ ਨੂੰ 2 ਮਹੀਨੇ ਬਾਅਦ ਬਾਹਰ ਕੱਢਤਾ ਜੀ। ਕਿਹੜੀ ਜਗ੍ਹਾ ਤੇ? ਆਸਟ੍ਰੇਲੀਆ ਜੀ। ਹੁਣ ਇਹ ਨਹੀਂ ਪਤਾ ਜੀ ਸਾਡੇ ਨੰਬਰਾਂ ਦੇ ਆਈਲੈਟਸ ਦੇ ਸਿਰ ਤੇ ਗਈ ਜੇ ਤੇ ਪਤਾ ਨਹੀਂ ਕਿਸ ਤਰ੍ਹਾਂ ਗਈ ਹੈ। ਤੇ ਉਹਨਾਂ ਨੇ ਮੁੜ ਕੇ ਅਸੀਂ ਸਾਰੇ ਥਾਂ ਇਹੀ ਆਂਦੇ ਰਹੇ ਅਸੀਂ ਆਖਿਆ ਵੀ ਚਲੋ ਸਾਨੂੰ ਵੀ ਲੈ ਜਾਓ। ਕਹਿੰਦੇ ਰਹੇ 20-25 ਲੱਖ ਰੁਪਈਆ ਹੋਰ ਲੱਗਣਾ, ਹੋਰ ਦਿਓ ਤੇ ਅਸੀਂ ਕੁੜੀ ਨੂੰ ਮੁੰਡੇ ਨੂੰ ਬਾਹਰ ਲੈ ਜਾਵਾਂਗੇ। ਤੇ ਤੁਸੀਂ ਕੀ ਮੰਗ ਕਰਦੇ ਜੋ? ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਸਾਡੇ ਪੈਸੇ ਵੀ ਸਾਨੂੰ ਵਾਪਸ ਆਉਣ ਤੇ ਸਾਡੇ ਕੋਲ ਲੜਕੀ ਵੀ ਆ ਜੀ। ਅਗਰ ਜੇ ਲੜਕੀ ਵਾਪਸ ਨਹੀਂ ਆਉਂਦੀ ਜਾਂ ਪੈਸੇ ਵਾਪਸ ਨਹੀਂ ਮਿਲਦੇ ਤਾਂ ਫਿਰ ਤੁਸੀਂ ਕੀ ਕਰੋ? ਅਸੀਂ ਤਾਂ ਇਹੀ ਸਰਕਾਰ ਤੋਂ, ਗੌਰਮੈਂਟ ਤੋਂ ਮੰਗ ਕਰਦੇ ਹਾਂ, ਪ੍ਰਸ਼ਾਸਨ ਤੋਂ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ। ਇਹਨਾਂ ਨੇ ਮੇਰੀ ਜ਼ਿੰਦਗੀ ਬਰਬਾਦ ਕਰਤੀ ਹੈ ਜੀ। ਮੇਰਾ 20-25 ਲੱਖ ਰੁਪਇਆ ਮੇਰਾ ਬਰਬਾਦ ਕਰਤਾ। ਮੈਂ ਇਸ ਤਰ੍ਹਾਂ ਵਿਆਜੀ ਫੜ ਕੇ ਉੱਥੋਂ ਲੈ ਗਿਆ, ਇੱਥੋਂ ਕਰਕੇ ਜ਼ਮੀਨ ਮੇਰੀ ਘੱਟ ਆ ਜੀ। ਤੇ ਮੈਂ ਸੋਚਿਆ ਕਿ ਚਲੋ ਜ਼ਿੰਦਗੀ ਬਣ ਜੂਗੀ ਤੇ ਪਰੇਸ਼ਾਨ ਰਹੀਦਾ ਜੀ ਬਹੁਤ। ਮਾੜਾ ਮੋੜ ਆਪਣਾ ਰੋਜ਼ਗਾਰ, ਮਾੜਾ ਮੋੜ ਕੋਈ ਨਾ ਕੋਈ ਇੱਥੇ ਵਾਹੀ ਵੀ ਕਰਕੇ ਡੰਗਰ ਬੱਚਾ ਰੱਖ ਕੇ ਜੀ ਟਾਈਮ ਸਾਰਦੇ ਆ। ਤੁਹਾਡੇ ਕਿੰਨੇ ਕੁ ਪੈਸੇ ਹੁਣ ਤੱਕ ਲੱਗ ਚੁੱਕੇ ਨੇ ਤੇ ਕੀ ਕਿੱਥੇ ਪੈਸੇ ਕਿਸ ਤਰ੍ਹਾਂ ਲਾਏ ਤੁਸੀਂ? ਅਸੀਂ ਜੀ ਇਸ ਤਰ੍ਹਾਂ ਵਿਆਜੀ ਚੁੱਕ ਕੇ ਪੈਸੇ ਲਾਏ ਆ ਤੇ ਇਹਨਾਂ ਬਹੁਤ ਅਸੀਂ ਵਿਆਜ ਸਾਡੇ ਤੇ ਹੁਣ ਗੇੜੇ ਮਾਰੀ ਜਾਂਦੇ ਆ ਜੀ ਸਾਰੇ, ਜਿਨ੍ਹਾਂ ਤੋਂ ਵਿਆਜੀ ਪੈਸੇ ਫੜੇ ਹੋਏ ਆ। ਠੀਕ ਹੈ ਜੀ। ਸਾਡਾ 3 ਸਾਲ ਹੋ ਗਏ, ਕੋਈ ਵੀ ਨਿਆਂ ਨਹੀਂ ਹੋਇਆ। ਕੋਈ ਵੀ ਐਸਐਸਪੀ ਸਾਹਿਬ ਕੋਲ ਦਰਖਾਸਤ, ਉੱਥੇ ਦਫ਼ਤਰ ਐਸਐਸਪੀ ਦਫ਼ਤਰ ਗਈ ਰਹੀ ਆ, ਉੱਥੋਂ ਤਾਈਂ ਕਿਤੇ ਵੀ ਸਾਡਾ ਨਿਆਂ ਨਹੀਂ ਹੋਇਆ। ਕੱਚਾ ਪੱਕਾ ਵੀ ਦਰਖਾਸਤ ਰਹੀ ਆ, ਸਾਰੇ ਥਾਈਂ ਦਰਖਾਸਤ ਰਹੀ ਆ। ਮੇਰੇ ਜਿਹੜੇ ਪੈਸਿਆਂ ਦੇ ਚੱਕਰ 'ਚ ਘਰੇ ਗੇੜੇ ਲੋਕ ਮਾਰ ਦਿੰਦੇ ਨੇ, ਉਹਦਾ ਕਾਰਨ ਮੇਰੇ ਪਿਤਾ ਜੀ, ਮੇਰੇ ਮਾਤਾ ਜੀ ਬਹੁਤ ਟੈਨਸ਼ਨ 'ਚ ਨੇ। ਠੀਕ ਹੈ ਜੀ। ਤੇ ਇਹਦਾ ਕਾਰਨ ਇਹ ਆ ਵੀ ਇਹ ਜ਼ਿੰਮੇਵਾਰ ਹੋਣਗੇ, ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ, ਕੋਈ ਲੜਕੀ ਪਰਿਵਾਰ ਜ਼ਿੰਮੇਵਾਰ ਹੋਏਗਾ ਮੇਰੇ ਪੈਸਿਆਂ ਦਾ। ਮੇਰੇ ਮਾਂ ਪਿਓ ਨੂੰ ਹੋ ਜਾਂਦਾ ਕੁਝ, ਚਾਹੇ ਮੈਨੂੰ, ਮੈਂ ਆਪਣੇ ਆਪ ਨੂੰ ਕੁਝ ਨਾ ਕੁਝ ਇਹਦਾ ਕਰਕੇ ਟੈਨਸ਼ਨ 'ਚ ਰਹੀਦਾ ਨੇ। ਮੈਂ ਆਪਣੇ ਆਪ ਨੂੰ ਬਹੁਤ ਕੁਝ ਕਰ ਸਕਦਾ ਹਾਂ। ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਤੇ ਲੜਕੀ ਪਰਿਵਾਰ ਹੀ ਹੋਏਗਾ। ਤੇ ਤੁਸੀਂ ਦੱਸ ਰਹੇ ਸੀ ਕਿ ਤੁਹਾਡੀ ਮਾਤਾ ਵੀ ਉਦੋਂ ਦੇ ਜਦੋਂ ਦੇ ਗਏ ਹਾਂਜੀ, ਬਿਮਾਰ ਨੇ? ਮਾਤਾ ਜੀ ਬਹੁਤ ਟੈਨਸ਼ਨ 'ਚ ਰਹਿੰਦੇ ਆ। ਮੇਰੇ ਮਾਤਾ ਜੀ ਮੇਰੇ ਮੰਜੇ ਤੇ ਨੇ, ਉਦੋਂ ਦੇ 3 ਸਾਲ ਹੋ ਗਏ ਆ, ਬਹੁਤ ਟੈਨਸ਼ਨ 'ਚ। ਜਦੋਂ ਦੇ, ਕਿਉਂ ਤੁਹਾਨੂੰ ਪਤਾ ਜੀ ਪੈਸਾ ਕਿੱਥੋਂ ਆਉਂਦਾ, ਪੈਸਾ ਵਿਆਜੀ ਫੜ ਕੇ ਤਾਂ ਅਸੀਂ ਪੈਸਾ ਲਾਇਆ ਹੋਇਆ ਵੀ ਚਲੋ ਸਾਡੀ ਜ਼ਿੰਦਗੀ ਬਣ ਜੂਗੀ। 20 ਲੱਖ ਰੁਪਈਆ ਹੋਰ ਮੰਗਦਾ ਪਿਆ ਵਾ। ਜਦੋਂ ਗੱਲ ਕਰ ਲਓ ਵੀ ਅਸੀਂ ਬਾਹਰ ਜਾਣਾ, ਸਾਨੂੰ 20-25 ਲੱਖ ਰੁਪਈਆ ਲਖਵਿੰਦਰ ਸਿੰਘ 20-25 ਲੱਖ ਹੋਰ ਮੰਗਦਾ ਵਾ। ਜਦੋਂ ਵੀ ਕਿਤੇ ਮਿਲਦਾ ਵਾ ਉੱਥੇ ਹੀ ਕਹਿ ਦਿੰਦਾ ਵੀ ਮੈਨੂੰ 20-25 ਲੱਖ ਰੁਪਈਆ ਹੋਰ ਦੇ ਦਿਓ। ਗਾੜੀ ਨੂੰ ਕਹਿੰਦਾ ਮੇਰੀ ਉੱਥੇ ਬਹਿਣੀ ਉੱਠਣੀ, ਮੇਰੀ ਇੱਥੇ ਬਹਿਣੀ ਉੱਠਣੀ, ਮੇਰੀ ਫਲਾਣ ਆ ਜੇ ਆ। ਸਾਨੂੰ ਤਾਂ ਇਹਨੇ ਬਹੁਤ ਪਰੇਸ਼ਾਨ ਕੀਤਾ ਹੋਇਆ ਵਾ। ਮੇਰੇ ਮਾਂ ਪਿਓ ਬਹੁਤ ਪਰੇਸ਼ਾਨ ਨੇ। ਮਾਤਾ ਮੇਰੀ ਤੇ ਮੰਜੇ ਤੇ। ਕੀ ਹੈ ਸਰ ਮਸਲਾ ਜੀ? ਮੇਰਾ ਨਾਮ ਸੁਰਜੀਤ ਸਿੰਘ ਜੀ, ਜੀ। ਪਿੰਡ ਲਖਣਾ। ਅੰਗਰੇਜ਼ ਸਿੰਘ ਦੇ ਕੀ ਲੱਗਦੇ ਤੁਸੀਂ? ਪਿਤਾ ਜੀ। ਜੀ ਕੀ ਗੱਲ ਹੋਈ ਹੈ ਜੀ ਸਰ? ਇਹ ਸਾਡੀ ਭੈਣ ਤੇ ਉਹਦੀ ਭੈਣ ਦਰਾਣੀ ਜਠਾਣੀ ਆ। ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਕੁੜੀ ਆਈਲੈਂਡ ਕੀਤੀ ਆ ਤੇ ਸਾਨੂੰ ਪੈਸਿਆਂ ਦੀ ਜ਼ਰੂਰਤ ਆ ਉਹਨਾਂ ਨੂੰ। ਤੇ ਇਹ ਲੜਕੀ ਦੀ ਵੇਖ ਵਿਖਾਈ ਹੋ ਗਈ ਉਹਨਾਂ ਦੇ ਘਰ ਹੀ। ਲਖਵਿੰਦਰ ਸਿੰਘ ਪਹਿਲਾਂ ਘਰ ਆਇਆ, ਮੁੜ ਕੇ ਅਗਲੇ ਦਿਨ ਹੀ ਆਂਦਾ ਮੈਨੂੰ 3.5 ਲੱਖ ਰੁਪਈਆ ਹੁਣੇ ਅਬੇ ਚਾਹੀਦਾ। ਮੈਂ ਉਹ ਕਿਸੇ ਆੜਤੀਏ ਮੁੰਡੇ ਦੇ ਖਾਤੇ ਵਿੱਚੋਂ 3.5 ਲੱਖ ਰੁਪਈਆ ਇਹਦੇ ਅਕਾਊਂਟ ਵਿੱਚ ਪਵਾਤਾ, ICICI ਬੈਂਕ ਦੇ ਵਿੱਚ ਜੀ। ਮੁੜ ਕੇ ਜੀ ਸ਼ਾਦੀ ਹੋ ਗਈ। ਇਹ ਆਖਣ ਲੱਗਾ ਫਾਈਲ ਲਾਈ ਆ, ਮੈਨੂੰ ਮਹੀਨੇ ਬਾਅਦ 8.5, 9, 10 ਲੱਖ ਰੁਪਈਆ ਹੋਰ ਚਾਹੀਦਾ। ਪਰ ਮੈਂ 8.5 ਲੱਖ ਰੁਪਈਆ ਮੇਰੇ ਖਾਤੇ ਵਿੱਚੋਂ ਆਪਦੇ ਚੋਂ ਫਿਰ ਇਹਦੇ ਖਾਤੇ ਵਿੱਚ ਪਾ ਚੁੱਕਾ ਹਾਂ। ਤੇ ਉਸ ਤੋਂ ਬਾਅਦ ਜੀ ਮਹੀਨਾ ਕੁ ਬਾਅਦ ਇਹ ਆਂਦਾ ਜੀ ਪੂਜਰ ਆ ਗਈ ਆ ਇਹਦੇ ਤੇ ਆਈਲੈਂਡ। ਹੁਣ ਤੱਕ ਕਿੰਨੇ ਪੈਸੇ ਲੱਗ ਚੁੱਕੇ ਤੁਹਾਡੇ? 20-22 ਲੱਖ ਰੁਪਈਆ ਮੇਰੇ ਥੱਲੇ ਆ ਚੁੱਕਾ ਇਹਦੇ। ਤੇ ਤੁਹਾਡੇ ਕੋਲ ਲੜਕੀ 6 ਮਹੀਨੇ ਰਹੀ ਹੈ ਇੱਥੇ, ਤੇ ਤੁਹਾਨੂੰ ਕਦੀ ਮਹਿਸੂਸ ਨਹੀਂ ਹੋਇਆ ਕਿ ਉਹ ਇਹੋ ਜਿਹਾ ਕੋਈ ਕੰਮ ਕਰ ਜਾਏ? ਵੀ ਸਾਨੂੰ ਪਤਾ ਨਹੀਂ, ਜਿਹਨੇ ਠੱਗੀ ਮਾਰਨੀ ਹੁੰਦੀ ਉਹ ਮਿੱਠਾ ਰਹਿ ਕੇ ਮਾਰਦਾ। ਉਹਨਾਂ 'ਚ ਲਖਵਿੰਦਰ ਸਿੰਘ ਵੀ ਮਿੱਠਾ ਰਿਹਾ। ਜਿੱਦਾਂ ਲਖਵਿੰਦਰ ਸਿੰਘ ਨੇ ਇਹ ਕੰਮ ਕਰ ਲਿਆ, ਉਦੋਂ ਲਖਵਿੰਦਰ ਸਿੰਘ ਵੀ ਅੱਖਾਂ ਵਿਖਾਉਣ ਲੱਗ ਪਿਆ। ਤੇ ਉਹਨਾਂ ਦੇ ਲੜਕੀ ਦੇ ਪਿਤਾ ਦੇ ਨਾਲ ਤੁਹਾਡੀ ਗੱਲ ਹੋਈ ਕਦੀ? ਬੜੀ ਹੋਇਆ ਜੀ। ਉਹਦੇ ਘਰ ਗਏ, ਉਹਦੇ ਭਰਾ ਕੋਲ ਬਹਿੰਦੇ ਰਹੇ। ਉਹਦਾ ਭਰਾ SI ਬਲਦੇਵ ਸਿੰਘ ਆ, ਉਹਦੇ ਕੋਲ ਇਸੇ ਗੱਲ ਕੋਰਟ ਵੀ ਜਾ ਕੇ ਮਿਲਿਆ, ਪੰਚਾਇਤ ਵੀ ਲੈ ਕੇ ਜਾਂਦੇ ਰਹੇ। ਪੰਚਾਇਤਾਂ ਕਾਫੀ ਇਕੱਠੀਆਂ ਹੋ ਚੁੱਕੀਆਂ ਕਈ ਵਾਰ, ਪੰਚਾਇਤ ਦਾ ਸਾਰਾ ਲਿਖਿਆ ਸਾਡੇ ਕੋਲ ਹੈ।
ਤੇ ਇਹ ਲੜਕਾ ਕਹਿ ਰਿਹਾ ਕਿ ਸਾਡੇ ਘਰ ਦੇ ਵਿੱਚ ਜਦੋਂ ਪੈਸੇ ਦੀ ਲੈਣ ਵਾਲੇ ਗੇੜੇ ਮਾਰਦੇ ਨੇ ਤੇ ਟੈਨਸ਼ਨ ਦੇ ਵਿੱਚ ਪਰਿਵਾਰ ਚੱਲ ਰਿਹਾ, ਕੀ ਹੈ ਸਰ ਇਹ? ਹਾਂਜੀ ਉਹ ਤਾਂ ਹੁੰਦਾ ਹੀ ਆ, ਜਿਨ੍ਹਾਂ ਦੇ ਪੈਸੇ ਦੇਣੇ ਉਹਨਾਂ ਦੇ ਗੇੜਾ ਮਾਰਨਾ ਹੀ ਆ। ਅਸੀਂ ਵਿਆਜ ਭਰਨ ਡਏ ਆ। ਇਹ ਲਖਵਿੰਦਰ ਸਿੰਘ ਧਮਕੀਆਂ ਦਿੰਦਾ ਆਂਦਾ ਮੈਂ ਵੀਡੀਓ ਦਾ ਡਿਲੀਵਰ ਆ। ਵੀਡੀਓ ਦੀ ਡੀਸੀ ਨਾਲ ਗੱਲ ਇੱਕ ਹੁੰਦੀ ਆ ਵੀ ਮੈਂ ਪੈਸੇ ਨਹੀਂ ਦੇਣੇ, ਮੈਂ ਤੁਹਾਡਾ ਵਿਆਜ ਤੁਹਾਡੇ ਉੱਤੇ ਲਾ ਦੂੰਗਾ ਜਿੰਨਾ ਲੱਗਾ। ਇਹ ਤੁਹਾਡੇ ਲੜਕੇ ਦਾ ਕਹਿਣਾ ਕਿ 3 ਸਾਲ ਪਹਿਲਾਂ ਮੈਂ ਐਸਐਸਪੀ ਸਾਹਿਬ ਨੂੰ ਦਰਖਾਸਤ ਵੀ ਦਿੱਤੀ ਲੇਕਿਨ ਹਾਂਜੀ ਕੋਈ ਸੁਣਵਾਈ ਇੱਕ ਤੋਂ ਨਹੀਂ। 2 ਵਾਰੀ ਦਰਖਾਸਤਾਂ ਦੇ ਚੁੱਕੇ ਹਾਂ, ਉੱਥੇ ਕੋਈ ਸੁਣਵਾਈ ਨਹੀਂ ਗਈ। ਇਹ ਆਂਦਾ ਮੈਂ ਡੀਸੀ ਨਾਲ ਮੇਰੀ ਗੱਲ ਇੱਕ ਆ, ਸਾਡਾ ਤੇ ਡੀਸੀ ਦਾ ਮਹਿਕਮਾ ਇੱਕ ਆ, ਮੈਂ ਡੀਸੀ ਤੋਂ ਫੋਨ ਕਰਵਾ ਦਿੰਦਾ ਵਾ। ਪਿੱਛੇ ਹੁਣ ਦਰਖਾਸਤ ਦੇ ਵਿੱਚ ਆਂਦਾ ਮੈਂ ਕੈਪਟਨ ਦੇ ਪੀਏ ਦਾ ਫੋਨ ਕਰਵਾ ਦਿੱਤਾ ਵਾ। ਮੈਂ ਕਾਂਗਰਸ ਸਰਕਾਰ ਦੇ ਨਾਲ ਆ, ਮੇਰੀ ਕਾਂਗਰਸ ਕਾਕਾ ਲੋਹਗੜ੍ਹ ਨਾਲ ਇੱਕ ਗੱਲ ਆ। ਤੁਸੀਂ ਕੀ ਮੰਗ ਕਰਦੇ ਹੋ? ਆਈਆਂ ਨੇ ਸਾਡੇ ਪੈਸੇ ਵਾਪਸ ਆਉਣ, ਪ੍ਰਸ਼ਾਸਨ ਨੇ ਤੇ ਕਾਰਵਾਈ ਕਰੇ ਜੇ ਨਹੀਂ ਕੁੜੀ ਵਾਪਸ ਕਰਨੀ। ਤੇ ਲੜਕੀ ਕਿਹੜੀ ਜਗ੍ਹਾ ਤੇ? ਲੜਕੀ ਇਹ ਤੇ ਆਸਟ੍ਰੇਲੀਆ ਕਰ ਚੁੱਕਾ ਜੀ। ਮਤਲਬ ਬਿਨਾ ਕੋਈ ਤਲਾਕ ਦਿੱਤਾ ਜਾਂ ਸਾਨੂੰ ਫੈਸਲੇ ਬਿਨਾਂ ਕੀਤੇ? ਤਲਾਕ ਦਿੱਤੇ ਦੱਸੇ ਪੁੱਛੋ ਇਹ ਆਸਟ੍ਰੇਲੀਆ ਕਰ ਚੁੱਕਾ ਜੀ। ਇਹ ਅੱਗੇ ਵੀ ਕਈਆਂ ਬੰਦਿਆਂ ਨਾਲ ਫਰਾਡ ਕਰ ਚੁੱਕਾ। ਇਹਦੀ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ।